पिछले दिनों मैं ये गल कही सी भी किसानां ते परचे ना दर्ज करो, मेरे ते दर्ज करो। वो गल नूं लैके उस गल नूं बड़ा होर तरीके नाल उहनूं लिया गया। चलो वो इन्हां दी मर्जी आ। भाषण दे रहे जिस डायस ते ਉਹਦੇ ਮੂਹਰੇ ਲਿਖਿਆ ਹੋਇਆ ਹੋਟਲ ਏਜੰਸੀ ਜਿਹੜਾ ਕਿ ਸਭ ਤੋਂ ਵਧੀਆ ਸਾਡੇ ਰੈਸਟੋਰੈਂਟ ਹੋਟਲ ਆ ਜਿਹੜਾ ਉਹ ਲੁਧਿਆਣੇ ਦੇ ਵਿੱਚ ਆ। ਦੇਖੋ ਕਿੱਥੇ ਦਾ ਖੇਤਾਂ 'ਚ ਕਿਸਾਨਾਂ 'ਚ ਗੱਲ ਕਰਨੀ ਸੀ, ਉਹ ਤਾਂ ਹਿੰਮਤ ਨਹੀਂ ਕਿਉਂਕਿ ਜਾਣ ਹੀ ਨਹੀਂ ਦਿੰਦਾ ਕੋਈ। ਫਿਰ ਜਿਹੜੇ ਵਪਾਰੀਆਂ ਨੂੰ ਇਹ ਪੰਜਾਬ ਜਿਨ੍ਹਾਂ ਦੇ ਹੱਥੋਂ ਲੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਿੱਲ ਬਣਾਏ ਆ, ਉਹੀ ਵਪਾਰੀਆਂ ਨਾਲ ਬਹਿ ਕੇ ਕਿਸਾਨਾਂ ਨੂੰ ਗਾਲਾਂ ਕੱਢੀਆਂ, ਮੈਨੂੰ ਉੱਥੇ ਗਾਲਾਂ ਕੱਢੀਆਂ। ਲੁਧਿਆਣੇ ਸਿੱਧਾ ਪਠਾਨਕੋਟ ਤੋਂ ਆਏ, ਫਿਰ ਇੱਕ 4 ਸਟਾਰ ਬਹਿ ਕੇ ਉਹੀ ਜਿਨ੍ਹਾਂ ਦੇ ਹੱਥਾਂ 'ਚ ਤੁਸੀਂ ਇਹ ਪੰਜਾਬ ਨੂੰ ਵੇਚਣਾ ਚਾਹੁੰਦੇ ਹੋ ਉਹਨਾਂ ਨਾਲ ਮੀਟਿੰਗ ਕਰਕੇ ਫਿਰ ਕਹਿੰਦੇ ਹੋ ਟੋਲਾਂ ਤੇ ਜਦੋਂ ਵਾਪਸ ਜਾਂਦੇ ਆ ਹਮਲੇ ਹੁੰਦੇ ਆ। ਕੈਪਟਨ ਸਾਹਿਬ ਨੇ ਤਾਂ ਸੈਸ਼ਨ ਲਿਆ ਕੇ ਮਸਾਂਬਾਦ ਨੂੰ ਕਰ ਦੇਣਾ ਆਪਣਾ ਜਿਹੜਾ ਤੁਹਾਡਾ ਬਿੱਲਾਂ ਦਾ ਉੱਥੇ ਫਾਹਾ ਵੱਢ ਦੇਣਾ, ਮਾਰਨਾ ਟੋਕਰੀ ਚੱਕ ਕੇ ਰੱਦੀ 'ਚ ਲੈ ਜਾਓ ਚੱਕ ਕੇ ਮੋਦੀ ਸਾਹਿਬ ਕੋਲ। ਦੇਖੋ ਜਿਵੇਂ ਕਿ ਕਿਸਾਨੀ ਮੁੱਦਾ ਬਹੁਤ ਭਖਿਆ ਹੋਇਆ, ਪਰ ਬੀਜੇਪੀ ਵਾਲੇ ਉਹ ਅੱਗ ਨੂੰ ਸਮਝ ਨਹੀਂ ਰਹੇ, ਉਹ ਅੱਗ ਨੂੰ ਫੇਰ ਵਧਾ ਰਹੇ ਆ। ਪਿਛਲੇ ਦਿਨਾਂ 'ਚ ਮੈਂ ਇਹ ਗੱਲ ਕਹੀ ਸੀ ਵੀ ਕਿਸਾਨਾਂ ਤੇ ਪਰਚੇ ਨਾ ਦਰਜ ਕਰੋ, ਮੇਰੇ ਤੇ ਦਰਜ ਕਰੋ। ਉਹ ਗੱਲ ਨੂੰ ਲੈ ਕੇ ਉਸ ਗੱਲ ਨੂੰ ਬੜਾ ਹੋਰ ਤਰੀਕੇ ਨਾਲ ਉਹਨੂੰ ਲਿਆ ਗਿਆ। ਚਲੋ ਉਹ ਇਹਨਾਂ ਦੀ ਮਰਜ਼ੀ ਆ, ਪਰ ਮੇਰੀ ਕਿਸੇ ਨਾਲ, ਮੈਂ ਬਾਰ-ਬਾਰ ਕਹਿਣਾ ਵੀ ਮੇਰੀ ਬੀਜੇਪੀ ਵਾਲਿਆਂ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਗੀ। ਮੈਂ ਤਾਂ ਅੱਗੇ ਵੀ ਕਿਹਾ ਵੀ ਇਹ ਪੰਜਾਬ ਦੇ ਬੀਜੇਪੀ ਵਾਲੇ ਜਿਹੜੇ ਇਹਨਾਂ ਨੇ ਟੈਰਰਿਜ਼ਮ ਦੀ ਲੜਾਈ ਇਕੱਠੇ ਲੜੀ ਆ, ਤੇ ਇਹ ਉਹ ਲੋਕ ਨੇ ਵੀ ਅੱਜ ਕਿਉਂ ਮੋਦੀ ਸਾਹਿਬ ਦੇ ਡਰੋਂ। ਅੱਗੇ ਤਾਂ ਇਹ ਬੋਲਦੇ ਸੀ ਜਦੋਂ ਲੀਡਰਸ਼ਿਪ ਵਾਜਪਾਈ ਜੀ ਸੀ, ਅਡਵਾਨੀ ਜੀ ਸੀ, ਹੋਰ ਸੀ, ਉਹਨਾਂ ਕੋਲ ਜਾ ਕੇ ਇਹ ਸੱਚੀ ਗੱਲ ਕਰਕੇ ਆਗਿਆ ਲੈ ਆਉਂਦੇ ਸੀ। ਪਰ ਹੁਣ ਕਿਹਦੇ ਨਾਲ ਗੱਲ ਕਰਨ? ਮੋਦੀ ਸਾਹਿਬ ਇਹਨਾਂ ਨੂੰ ਪੰਜਾਬ ਨਹੀਂ ਟੱਪਣ ਦਿੰਦੇ, ਬੀਜੇਪੀ ਵਾਲਿਆਂ ਨੂੰ ਆਪ। ਨਾ ਇਹਨਾਂ ਨੂੰ ਕੋਈ ਜਾਣਦਾ, ਨਾ ਮੋਦੀ ਸਾਹਿਬ ਇਹਨਾਂ ਨੂੰ ਜਾਣਦੇ ਆ, ਨਾ ਕਦੇ ਇਹਨਾਂ ਦੀ ਮੀਟਿੰਗ ਹੋਈ, ਨਾ ਉਹ ਕਿਸੇ ਨੂੰ ਮਿਲਦੇ ਆ, ਤੇ ਨਾ ਹੀ ਇਹ ਗੱਲ ਸੱਚੀ ਕਹਿ ਸਕਦੇ ਆ। ਹੁਣ ਇਹ ਉਸ ਗੱਲਾਂ 'ਚ ਭੱਜੇ ਫਿਰਦੇ ਆ। ਇਹਨਾਂ ਨਾਲ 50-50 ਬੰਦੇ ਹੋਰ ਸਿਕਿਉਰਿਟੀ ਦੇ ਲਾਤੇ। ਇਹ ਤਾਂ ਸਿਕਿਉਰਿਟੀ ਤੱਕ ਸੀਮਤ ਰਹਿ ਗਏ ਵੀ ਸਾਨੂੰ ਗਨਮੈਨ ਦੇ ਦਿਓ, ਗਨਮੈਨ ਦੇਤੇ। ਹੁਣ ਕੀ ਹੋਇਆ? ਗਨਮੈਨਾਂ ਨਾਲ ਕੀ ਹੁੰਦਾ? ਅੱਜ ਲੁਧਿਆਣੇ ਆਏ ਅਸ਼ਵਨੀ ਜੀ, ਸਤਿਕਾਰਯੋਗ, ਕਿਸੇ ਪਿੰਡ 'ਚ ਆਉਂਦੇ ਸਾਨੂੰ ਦੱਸਦੇ, ਅਸੀਂ ਆ ਕੇ ਵੈਲਕਮ ਕਰਦੇ ਲੁਧਿਆਣੇ ਜ਼ਿਲ੍ਹੇ ਦੇ ਵੀ ਅਸ਼ਵਨੀ ਜੀ ਪ੍ਰਧਾਨ ਨੇ ਬੀਜੇਪੀ ਦੇ, ਆਓ ਕਿਸੇ ਮੰਡੀ 'ਚ ਆਓ, ਪਿੰਡ 'ਚ ਆਓ। ਅੱਜ ਇੰਨਾ ਅਫਸੋਸ ਹੋਇਆ, ਸਾਰੇ ਕਿਸਾਨ ਜਥੇਬੰਦੀਆਂ ਨੇ ਅੱਜ ਆ ਕੇ ਜਿਵੇਂ ਕਿਹਾ ਸ਼ਾਂਤੀਮਈ ਉਹਨਾਂ ਦਾ ਵਿਰੋਧ ਕੀਤਾ ਕਿ ਜੋ ਉਹਨਾਂ ਨੇ ਕਿਹਾ ਹੈ। ਪਰ ਅਸ਼ਵਨੀ ਜੀ ਫਿਰ ਆਪਣੀ ਬੀਜੇਪੀ ਹਰਕਤ ਤੋਂ ਬਾਜ ਨਹੀਂ ਆਈ। ਕੀਤਾ ਕਿ ਇੱਕ ਬਹੁਤ ਹੀ ਸ਼ਾਨਦਾਰ ਅਲੀਸ਼ਾਨ ਹੋਟਲ ਜਿਹੜਾ ਕਿ 4 ਸਟਾਰ ਹੋਟਲ ਏਜੰਸੀ, ਤੁਸੀਂ ਪੜ੍ਹੇ ਹੋ ਜਿੱਥੇ ਬੋਲ ਰਹੇ ਅਸ਼ਵਨੀ ਜੀ ਭਾਸ਼ਣ ਦੇ ਰਹੇ ਜਿਸ ਡਾਇਸ ਤੇ, ਉਹਦੇ ਮੂਹਰੇ ਲਿਖਿਆ ਹੋਇਆ ਹੋਟਲ ਏਜੰਸੀ ਜਿਹੜਾ ਕਿ ਸਭ ਤੋਂ ਵਧੀਆ ਸਾਡੇ ਰੈਸਟੋਰੈਂਟ ਹੋਟਲ ਆ ਜਿਹੜਾ ਉਹ ਲੁਧਿਆਣੇ ਦੇ ਵਿੱਚ ਆ। ਦੇਖੋ ਕਿੱਥੇ ਦਾ ਖੇਤਾਂ 'ਚ ਕਿਸਾਨਾਂ 'ਚ ਗੱਲ ਕਰਨੀ ਸੀ, ਉਹ ਤਾਂ ਹਿੰਮਤ ਨਹੀਂ ਕਿਉਂਕਿ ਜਾਣ ਹੀ ਨਹੀਂ ਦਿੰਦਾ ਕੋਈ। ਫਿਰ ਵਪਾਰੀਆਂ ਦੇ, ਫਿਰ ਜਿਹੜੇ ਵਪਾਰੀਆਂ ਨੂੰ ਇਹ ਪੰਜਾਬ ਜਿਨ੍ਹਾਂ ਦੇ ਹੱਥੋਂ ਲੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਿੱਲ ਬਣਾਏ ਆ, ਉਹੀ ਵਪਾਰੀਆਂ ਨਾਲ ਬਹਿ ਕੇ ਕਿਸਾਨਾਂ ਨੂੰ ਗਾਲਾਂ ਕੱਢੀਆਂ, ਮੈਨੂੰ ਉੱਥੇ ਗਾਲਾਂ ਕੱਢੀਆਂ। ਉਹ ਵਪਾਰੀਆਂ ਨੂੰ, ਬੜੇ ਅਮੀਰ ਵਪਾਰੀਆਂ ਨੂੰ ਉਸ 4 ਸਟਾਰ ਹੋਟਲ ਜਿਹੜਾ ਉਹਦੇ ਵਿੱਚ ਲਗਜ਼ਰੀ ਹੋਟਲ 'ਚ ਉੱਥੇ ਕੇਟਰਿੰਗ ਹੋ ਰਹੀ ਆ, ਤੇ ਉੱਥੇ ਮਾਈਕ ਤੇ ਮੈਂ ਹਾਸਾ ਆਉਂਦਾ ਵੀ ਮੂਹਰੇ ਤਾਂ ਵਪਾਰੀ 4 ਬੈਠੇ ਆ ਜਾਂ ਤੁਹਾਡੇ ਬੀਜੇਪੀ ਵਾਲੇ ਬੈਠੇ ਆ, ਉਹਨਾਂ ਦੇ ਮੂਹਰੇ ਕਿਸਾਨਾਂ ਦੀਆਂ ਗੱਲਾਂ ਕਰਦੇ ਇੱਕ 4 ਸਟਾਰ ਹੋਟਲ ਦੇ ਵਿੱਚ ਬਹਿ ਕੇ। ਅਸ਼ਵਨੀ ਜੀ ਮਤਲਬ ਕਿੱਧਰ ਨੂੰ ਚੱਲ ਪਿਆ ਕੰਮ? ਤੇ ਬਾਹਰ ਪੈਰਾਮਿਲਟਰੀ ਫੋਰਸਿਸ ਲਾਈਆਂ ਹੋਈਆਂ, ਜਿੰਨੀ ਬਖਤਰਬੰਦੀ ਗੱਡੀਆਂ ਨੇ ਵੱਡੀਆਂ ਤੋਂ ਵੱਡੀਆਂ, ਬਈ ਇਸ ਲੁਧਿਆਣੇ ਹਲਕੇ 'ਚ ਆ ਰਹੇ ਆ, ਤੇ ਉਹ ਬਖਤਰਬੰਦ ਗੱਡੀਆਂ ਖੜੀਆਂ ਏ, ਪੁਲਿਸ ਚੱਪੇ ਤੇ ਖੜੀ ਆ, ਐ ਲੁਕੋ ਕੇ ਉਸ ਹੋਟਲ 'ਚ ਵਾੜਿਆ। ਤੇ ਉਹਦਾ ਫਾਇਦਾ ਕੀ ਹੋਇਆ? ਮਕਸਦ ਕੀ ਹੋਇਆ? ਐ ਕਾਹਦੇ ਲਈ ਤੁਰੇ ਫਿਰਦੇ ਹੋ ਲੁਕਦੇ? ਤੇ ਗੱਲ ਫੇਰ ਵਪਾਰੀਆਂ ਨਾਲ ਕੀਤੀ, ਚਾਰਾਂ ਨਾਲ। ਲੁਧਿਆਣੇ ਦੇ ਕੋਈ ਵਪਾਰੀ ਜਾਂ ਸਾਡੇ 'ਚ ਕੋਈ ਫਰਕ ਨਹੀਂ, ਪਰ 4 ਜਿਹੜੇ ਵਪਾਰੀ ਵੱਡੇ ਜਿਨ੍ਹਾਂ ਦੇ ਨੁਮਾਇੰਦੇ ਉੱਥੇ ਆਏ ਹੋਏ ਸੀ ਮਿਲਣ ਤੁਹਾਨੂੰ, ਅਬਾਨੀ, ਅਡਾਨੀ ਜਾਂ ਹੋਰ ਵੱਡੇ ਘਰਾਣੇ, ਉਹਨਾਂ ਦੇ ਲੁਧਿਆਣੇ 'ਚ ਤੁਹਾਡੀ ਮੀਟਿੰਗ ਹੋਈ ਤੇ ਤੁਸੀਂ ਉੱਥੇ ਖੇਤੀ ਬਿੱਲਾਂ ਨੂੰ ਡਿਸਕਸ ਕੀਤਾ। ਕਿੱਥੇ ਕੀਤਾ? ਜਿਹੜਾ ਕਿ 4 ਸਟਾਰ ਡੀਲਕਸ ਹੋਟਲ, ਜਿੱਥੇ ਬਹੁਤ ਮਤਲਬ ਐਸ਼ੋ ਆਰਾਮ ਜਿਹੜੀ ਉੱਥੇ ਲਗਜ਼ਰੀ ਪ੍ਰੋਵਾਈਡ ਕੀਤੀ ਜਾਂਦੀ ਆ, ਉਹ ਬਹੁਤ ਜਿਹੜੇ ਸ਼ਹਿਨਸ਼ਾਹ ਬਹੁਤ ਵਧੀਆ ਉਹ ਇੱਕ ਰੈਸਟੋਰੈਂਟ ਆ, ਇੱਕ ਉਹਨਾਂ ਦਾ ਬਹੁਤ ਪੁਰਾਣਾ ਪੰਜਾਬ ਦੇ ਲਈ ਉਹ ਕੰਮ ਕਰ ਰਹੇ ਆ। ਪਰ ਤੁਹਾਨੂੰ ਚੁਣਿਆ ਤੁਸੀਂ ਕਿਹੜਾ? ਉਹ ਕੋਈ ਮੰਡੀ ਨਹੀਂ, ਕੋਈ ਆੜਤੀ ਦਾ ਘਰ ਨਹੀਂ, ਕਿਸਾਨ ਦਾ ਨਹੀਂ, ਕਿਸੇ ਮਜ਼ਦੂਰ ਦਾ ਘਰ ਨਹੀਂ। ਲੁਧਿਆਣੇ ਸਿੱਧਾ ਪਠਾਨਕੋਟ ਤੋਂ ਆਏ, ਫਿਰ ਇੱਕ 4 ਸਟਾਰ 'ਚ ਬਹਿ ਕੇ
ਉਹੀ ਜਿਨ੍ਹਾਂ ਦੇ ਹੱਥਾਂ 'ਚ ਤੁਸੀਂ ਇਹ ਪੰਜਾਬ ਨੂੰ ਵੇਚਣਾ ਚਾਹੁੰਦੇ ਹੋ, ਉਹਨਾਂ ਨਾਲ ਮੀਟਿੰਗ ਕਰਕੇ ਫਿਰ ਕਹਿੰਦੇ ਹੋ ਟੋਲਾਂ ਤੇ ਜਦੋਂ ਵਾਪਸ ਜਾਂਦੇ ਆ ਹਮਲੇ ਹੁੰਦੇ ਆ। ਇਹ ਕਿਸਾਨ ਦੇਖਦਾ ਨਹੀਂ? ਕਿਸਾਨ ਜਿਹੜੀ ਤੁਸੀਂ ਆਪਣੇ ਲਾਈਵ ਚਲਾ ਰਹੇ ਹੋ ਬੀਜੇਪੀ ਵਾਲੇ, ਟੋਟਲ ਪੰਜਾਬ ਦੀਆਂ ਜਿੰਨੀਆਂ ਵੀ ਤੁਹਾਡੀਆਂ ਫੇਸਬੁੱਕ ਨੇ ਉਹਨਾਂ ਦਾ ਲਾਈਵ ਚਲਾ ਰਹੇ ਹੋ, ਤੇ ਬੀਜੇਪੀ ਵਾਲੇ ਤੁਸੀਂ ਵੀ ਦੇਖ ਕੇ ਹੱਸਦੇ ਹੋਵੋਗੇ ਵੀ ਕਿਹੜੀ ਪਾਰਟੀ 'ਚ ਬਹਿ ਕੇ। ਗੱਲ ਅੱਜ ਕਿਸਾਨਾਂ ਦੀ ਲੱਗੀ ਹੋਈ ਆ, ਅੱਗ ਲੱਗੀ ਹੋਈ ਆ ਪੰਜਾਬ 'ਚ, ਸਭ ਸੜਕਾਂ ਤੇ ਨੇ। ਦੇਖੋ ਫਰਕ, ਕਿਸਾਨ ਸੜਕ ਤੇ ਬੈਠਾ, ਉਹਦਾ ਪਰਿਵਾਰ, ਉਹਦੇ ਬੱਚੇ ਉਹ ਸੜਕਾਂ ਤੇ ਰੁਲ ਰਹੇ ਆ ਰਾਤੋਂ ਰਾਤ, ਤੇ ਇਹਨਾਂ ਨੂੰ ਇਹ ਪੰਜਾਬ ਦੇ ਹੋ ਕੇ ਇਹਨਾਂ ਨੂੰ 5 ਸਟਾਰ ਹੋਟਲ 4 ਸਟਾਰ ਹੋਟਲ ਚੰਗੇ ਕਿਵੇਂ ਲੱਗ ਜਾਂਦੇ ਆ? ਉੱਥੇ ਦਾ ਖਾਣਾ ਕਿਵੇਂ ਚੰਗਾ ਲੱਗ ਜਾਂਦਾ? ਮੈਂ ਹੈਰਾਨ ਹੋ ਗਿਆ ਵੀ ਕੀ ਲਹੂ ਚਿੱਟਾ ਹੋ ਗਿਆ ਇਹਨਾਂ ਦਾ, ਵੀ ਇਹ ਹੋਟਲ 5 ਸਟਾਰ ਹੋਟਲਾਂ ਦੇ ਵਿੱਚ ਇਹ ਬਹਿ ਕੇ ਇਹ ਐਸ਼ ਆਰਾਮ ਕਿਵੇਂ ਕਰ ਰਹੇ ਆ ਜਦੋਂ ਪੰਜਾਬ ਉੱਬਲ ਰਿਹਾ, ਅੱਗ ਲੱਗ ਰਹੀ ਆ। ਬੱਚੇ ਤੱਕ ਸੜਕਾਂ ਤੇ ਰੁਲ ਰਹੇ ਆ ਕਿਸਾਨਾਂ ਦੇ, ਉਹ 2-2 ਮਹੀਨੇ ਹੋ ਗਏ। ਸ਼ਰਮ ਤਾਂ ਕਰੋ ਤੁਸੀਂ। ਕਿਵੇਂ 5 ਸਟਾਰਾਂ ਜਿਹੜਿਆਂ ਨੇ ਪ੍ਰੋਗਰਾਮ ਰੱਖਿਆ ਲੁਧਿਆਣੇ ਵਾਲਿਆਂ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਤੇ ਜਿਹੜੇ ਜਾਣ ਵਾਲੇ ਸ਼ਰਮ ਆ ਰਹੇ, ਸਾਰੀ ਤੁਸੀਂ ਵੀਡੀਓ ਦੇਖੋ ਕਿਸ ਤਰੀਕੇ ਨਾਲ ਟੌਪ ਕਲਾਸ ਉੱਥੇ ਕੇਟਰਿੰਗ ਹੋ ਰਹੀ ਆ, ਤੇ ਕਿਵੇਂ ਏਸੀਆਂ 'ਚ ਬਹਿ ਕੇ ਕਿਸਾਨਾਂ ਦੀਆਂ ਗੱਲਾਂ ਹੋ ਰਹੀਆਂ। ਇਹ ਹਟ ਜਾਓ ਅਸ਼ਵਨੀ ਜੀ, ਇਹ ਹਟ ਜਾਓ। ਇਹ ਮੈਂ ਕੋਈ ਅਸੀਂ ਦੁਸ਼ਮਣ ਨਹੀਂ ਗੇ ਤੁਹਾਡੇ, ਤੁਹਾਨੂੰ ਤੁਸੀਂ ਕਿਉਂਕਿ ਪੰਜਾਬ ਦਾ ਖਾਧਾ, ਪੰਜਾਬ ਦਾ ਪੀਤਾ, ਪੰਜਾਬ ਨੇ ਸਭ ਕੁਝ ਤੁਹਾਨੂੰ ਦਿੱਤਾ, ਤੁਸੀਂ ਪੰਜਾਬ ਦੀ ਰੱਬ ਦੇ ਵਾਸਤੇ ਗੱਲ ਕਰੋ। ਤੁਸੀਂ ਇਸ ਗੱਲ ਨੂੰ ਤੁਹਾਨੂੰ ਬੁਰੀ ਲੱਗਦੀ ਆ, ਮੈਂ ਤੁਹਾਨੂੰ ਨਹੀਂ ਕਹਿੰਦਾ, ਮੈਂ ਇਹ ਤੁਹਾਡੀ ਸਰਕਾਰ ਨੂੰ ਕਹਿਣਾ ਵੀ ਔਖਾ ਹੋਊਗਾ, ਫਿਰ ਵਾਧਾ ਵਧਾਉਂਗੇ ਤੁਸੀਂ ਜਦੋਂ ਇਹੋ ਜਿਹੀਆਂ ਚੜਾਉਨੇ ਹੋ ਨਾ। ਮੈਂ ਤਾਂ ਹੀ ਕਹਿ ਰਿਹਾ ਸੀ ਨਾ, ਪਹਿਲਾਂ ਹੂਟਰ ਮਾਰ ਚੜਾਈ ਗਏ ਆਪਣੀਆਂ ਕਾਨਫਰੰਸਾਂ, ਆ ਹੁਣ 5 ਸਟਾਰ ਹੋਟਲਾਂ 'ਚ 4 ਸਟਾਰ ਹੋਟਲਾਂ 'ਚ ਬਹਿ ਕੇ ਜਿਹੜੀਆਂ ਪਾਰਟੀਆਂ ਕਰ ਰਹੇ ਹੋ, ਜਿਹੜੇ ਉੱਥੇ ਕਿਸਾਨਾਂ ਨੂੰ ਛੇੜ ਰਹੇ ਹੋ ਲੈਕਚਰ ਕਰ, ਇਹ ਬਹੁਤ ਵੱਡਾ ਭਾਂਬੜ ਮਚੂਗਾ, ਅੱਗ ਲੱਗੂਗੀ। ਕੈਪਟਨ ਸਾਹਿਬ ਨੇ ਤਾਂ ਸੈਸ਼ਨ ਲਿਆ ਕੇ ਸੋਮਵਾਰ ਨੂੰ ਕਰ ਦੇਣਾ ਆਪਣਾ ਜਿਹੜਾ ਤੁਹਾਡਾ ਬਿੱਲਾਂ ਦਾ ਉੱਥੇ ਫਾਹਾ ਵੱਢ ਦੇਣਾ, ਮਾਰਨਾ ਟੋਕਰੀ ਚੱਕ ਕੇ ਰੱਦੀ 'ਚ ਲੈ ਜਾਓ ਚੱਕ ਕੇ ਮੋਦੀ ਸਾਹਿਬ ਕੋਲ। ਪਰ ਤੁਸੀਂ ਬੀਜੇਪੀ ਵਾਲੇ ਨਹੀਂ ਹੋ ਕੇ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਪੰਜਾਬੀ ਹੋ ਕੇ ਤਾਂ ਯਾਰ ਥੋੜਾ ਬਹੁਤਾ ਦੁੱਖ ਵੰਡੋ, ਥੋੜਾ ਬਹੁਤ ਦੁੱਖ ਸ਼ਰੀਕ ਹੋ। ਇੱਕ ਦੁਸ਼ਮਣ ਦੇ ਵੀ ਘਰੇ ਕੋਈ ਮੌਤ ਹੋ ਜਾਏ ਉਹਦਾ ਵੀ ਦੁੱਖ ਪੰਜਾਬੀ ਮੰਨਦਾ, ਪਰ ਤੁਸੀਂ ਤਾਂ ਸਾਰਾ ਕੁਝ ਉਰੇ ਬਣੇ ਹੋ, ਮਿਨਿਸਟਰੀਆਂ ਹੰਡਾਈਆਂ, ਅੱਜ ਕੈਬਨਿਟ ਜਾ ਕੇ ਉੱਥੇ ਮੰਤਰੀ ਬਣੇ ਹੋਏ ਹੋ। ਤੁਹਾਡਾ ਜੀ ਕਿਵੇਂ ਕਰੇ ਆਉਂਦਾ 5 ਸਟਾਰ ਹੋਟਲਾਂ 'ਚ 4 ਸਟਾਰ ਹੋਟਲਾਂ ਜਾਣ ਦਾ, ਤੇ ਬਾਹਰ ਉਹੀ ਕਿਸਾਨ ਉਹ ਸੜਕ ਤੇ ਪੁੰਜੇ ਤੁਹਾਡਾ ਬੈਠ ਕੇ ਵਿਰੋਧ ਕਰ ਰਿਹਾ। ਮਾਫੀ ਚਾਹੁੰਦਾ ਮੈਂ, ਐਸਾ ਸੀਨ ਦੇਖ ਕੇ ਇਹ ਲੱਗਦਾ ਨਹੀਂਗਾ ਵੀ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਉੱਥੇ ਵੀ 2 ਸੀਟਾਂ ਤੋਂ ਅਸੀਂ ਇੱਥੇ ਤੱਕ ਪਹੁੰਚੇ ਹਾਂ, ਇਹ ਤੁਸੀਂ ਲੋਕਾਂ ਦੇ ਸਿਰ ਤੇ ਨਹੀਂ ਪਹੁੰਚੇ, ਤੁਸੀਂ ਇਹੀ ਵਪਾਰੀਆਂ ਦੇ ਸਿਰ ਤੇ, ਇਹਨਾਂ ਦੇ ਸਿਰ ਤੇ ਤੁਸੀਂ ਪਹੁੰਚੇ ਹੋ। ਪੰਜਾਬ ਵਾਲੇ ਤਾਂ ਤੁਹਾਨੂੰ ਪਛਾਣਦੇ ਆ ਪਹਿਲਾਂ ਦੇ, ਹੁਣ ਮੁਲਕ ਵੀ ਆ ਜਿਹੜਾ, ਉਹ ਜਦੋਂ ਕਿਸਾਨ ਖੜਾ ਹੋ ਗਿਆ, ਉਹ ਜਲਦੀ ਤਿਆਰੀ ਹੋ ਰਹੀ ਆ, ਤੇ ਇੱਕ ਝੰਡੇ ਥੱਲੇ, ਉਹ ਕਿਸਾਨ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ, ਕਿਸੇ ਪਾਰਟੀ ਦੇ ਨਹੀਂ, ਤੁਸੀਂ ਯਾਦ ਰੱਖਿਓ। ਇੱਕ ਕਿਸਾਨ ਦਾ ਝੰਡਾ ਹੋਊ ਜਿਹੜਾ ਹਰਾ ਝੰਡਾ, ਉਹਦੇ ਥੱਲੇ ਸਾਰੇ ਇਕੱਠੇ ਹੋ ਕੇ ਤੁਹਾਨੂੰ ਦਿਖਾਵਾਂਗੇ, ਤੇ ਤੁਹਾਡੇ ਇਹ ਬਿੱਲ ਵਾਪਸ ਕਰਾਉਂਦੇ ਤੁਹਾਡੇ ਮੂਹਰੇ ਹੁੰਦੇ। ਇਹ ਨਾ ਵਾਪਸ ਹੋਏ ਤਾਂ ਮੈਨੂੰ ਕਹਿ ਦਿਓ ਇਹ ਪੰਜਾਬ ਆ, ਪੰਜਾਬੀ ਨੇ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ ਵਿੱਚ ਕੀਤੀਆਂ ਗਲਤੀਆਂ, ਧਾਂਤ, ਸ਼ੀਘਰ ਪੱਤਣ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਦੇ ਨਾਲ ਵੀਰਸ ਦਾ ਆਉਣਾ, ਤਾਂ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਉਮਰ ਹੋਵੇ 25 ਜਾਂ ਹੋਵੇ 80, ਦਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕ ਡਾਕਟਰ ਹਕੀਮਾਂ ਤੋਂ ਪੂੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂਵਾਲਾ ਚੌਂਕ, ਫਗਵਾੜਾ। ਹੁਣੇ ਹੀ ਫੋਨ ਕਰੋ 9814 64471 ਜਾਂ 9815 64471।